ਗੌੜੀ ਕਬੀਰ ਜੀ ਦਾ ਇਹ ਸ਼ਬਦ ਹੈ ਗੌੜੀ ਰਾਗ ਦੇ ਅੰਦਰ। ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਹਿ ਕਾਹੇ ਦੁੱਖ ਮਾਨਿਆ। ਬੜੀ ਹੈਰਾਨੀ ਦੀ ਗੱਲ ਹੈ ਜਦੋਂ ਗੁਰਬਾਣੀ ਨੂੰ ਸਮਝਿਆ ਜਾਂਦਾ ਹੈ ਜਾਂ ਗੁਰਬਾਣੀ ਤੋਂ ਸਮਝਿਆ ਜਾਂਦਾ ਹੈ। ਹੁਣ ਕਬੀਰ ਸਾਹਿਬ ਇਹਨਾਂ ਸ਼ਬਦਾਂ ਦੇ ਅੰਦਰ ਇੱਕ ਬੜੀ ਹੈਰਾਨੀਜਨਕ ਸੋਝੀ ਦਿੰਦੇ ਹੈ ਕਿ ਜਬ ਹਮ ਇੱਕੋ ਏਕ ਕਰ ਜਾਂਦੇ, ਵੀ ਜਦੋਂ ਅਸੀਂ ਇੱਕ ਹੋਏ ਤਾਂ ਫਿਰ ਜਿਹੜਾ ਏਕ ਸੀਗਾ ਉਹਦੇ ਬਾਰੇ ਜਾਣਿਆ। ਇੱਥੋਂ ਗੱਲ ਇਹ ਸਿੱਧ ਹੁੰਦੀ ਹੈ ਵੀ ਜਿੰਨਾ ਚਿਰ ਏਕੋ ਨਹੀਂ ਹੁੰਦਾ ਉਨਾ ਚਿਰ ਏਕ ਬਾਰੇ ਨਹੀਂ ਜਾਣਿਆ ਜਾ ਸਕਦਾ ਵੀ ਇੱਕ ਕੀ ਹੈ। ਹੁਣ ਏਕੋ ਕਿਹਦਾ ਹੋਣਾ? ਦੋ ਜਾਣਿਆਂ ਦਾ ਹਮ ਸ਼ਬਦ ਹੈ ਇੱਥੇ। ਆਤਮਾ ਪ੍ਰਾਤਮਾ ਦਾ ਏਕਾ ਹੋਣਾ, ਇੱਕੋ ਹੋਣਾ। ਇਹਨਾਂ ਨੇ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਵਿਧਾ ਅੰਤਰ ਮਰੈ। ਜਿਹੜੀ ਇਹਦੇ ਅੰਦਰ ਦੁਵਿਧਾ ਉਹ ਇਹਦਾ ਏਕਾ ਨਹੀਂ ਹੋਣ ਦਿੰਦੀ। ਜਿੰਨਾ ਚਿਰ ਸਾਡੇ ਅੰਦਰੋਂ ਦੁਵਿਧਾ ਖਤਮ ਨਹੀਂ ਹੁੰਦੀ ਉਨਾ ਚਿਰ ਪਰਮਾਰਥ ਦਾ ਸਫ਼ਰ ਤੈਅ ਨਹੀਂ ਹੁੰਦਾ, ਮੰਜ਼ਿਲ ਤੇ ਨਹੀਂ ਪਹੁੰਚਿਆ ਜਾ ਸਕਦਾ। ਇੱਕ ਬਾਰੇ ਨਹੀਂ ਪਤਾ ਲੱਗਣਾ ਕਿ ਇੱਕ ਕੀ ਚੀਜ਼ ਹੈ। ਕਿਸੇ ਚੀਜ਼ ਦੇ ਬਾਰੇ ਜਾਣ ਲੈਣਾ ਸੌਖੀ ਗੱਲ ਹੈ, ਪਰ ਕਿਸੇ ਮੁਕਾਮ ਤੇ ਆਪ ਖੁਦ ਪਹੁੰਚ ਜਾਣਾ ਬੜੀ ਔਖੀ ਗੱਲ ਹੈ। ਪਾਤਸ਼ਾਹ ਕਹਿੰਦੇ ਜਬ ਹਮ ਏਕੋ ਏਕ ਕਰ ਜਾਂਦੇ ਆ, ਕਹਿੰਦੇ ਜਦੋਂ ਮੈਂ ਇਹ ਜਾਣ ਲਿਆ, ਆਪਣੇ ਆਪ ਨਾਲ ਏਕਾ ਕਰ ਲਿਆ, ਮੇਰੀ ਆਤਮਾ ਪ੍ਰਾਤਮਾ ਨਾਲ ਜੁੜੀ, ਤਾਂ ਮੈਂ ਇੱਕ ਨੂੰ ਜਾਣ ਲਿਆ ਵੀ ਇੱਕ ਕੀ ਹੈ। ਕਿਉਂਕਿ ਇੱਕ ਬਾਰੇ ਪਹਿਲਾਂ ਬਹੁਤ ਕੁਝ ਐਸਾ ਕਿਹਾ ਗਿਆ ਸੀ, ਉਸ ਤਰ੍ਹਾਂ ਦਾ ਉਹ ਇੱਕ ਹੈ ਨਹੀਂ। ਕਿ ਜਦੋਂ ਹੁਣ ਇੱਕ ਨੂੰ ਜਾਣ ਲਿਆ, ਹੁਣ ਜਾਣ ਕੇ ਪਾਤਸ਼ਾਹ ਨੇ ਜਦੋਂ ਦੱਸਿਆ ਤਾਂ ਕੀ ਹੋਇਆ? ਤਬ ਲੋਗਹਿ ਕਾਹੇ ਦੁੱਖ ਮਾਨਿਆ। ਫਿਰ ਉਹ ਜਿਹੜੇ ਧਰਮ ਦੇ ਲੋਕ ਸੀ ਜਿਨ੍ਹਾਂ ਨੇ ਇੱਕ ਬਾਰੇ ਜਾਣਕਾਰੀ ਦਿੱਤੀ ਹੋਈ ਸੀਗੀ, ਜਦੋਂ ਉਹਨਾਂ ਨੂੰ ਅਸਲੀਅਤ ਦੱਸਿਆ ਵੀ ਭਾਈ ਜਿਹਨੂੰ ਤੁਸੀਂ ਇੱਕ ਕਹਿੰਦੇ ਹੋ ਉਹ ਇੱਕ ਹੈ ਨਹੀਂ ਗਾ, ਅਸਲ ਵਿੱਚ ਇੱਕ ਤਾਂ ਆਹ ਚੀਜ਼ ਹੈ। ਜਦੋਂ ਫਿਰ ਉਹਨਾਂ ਨੇ ਸੁਣਿਆ ਉਹਨਾਂ ਨੂੰ ਫਿਰ ਦੁੱਖ ਲੱਗਿਆ। ਇਹ ਸੁਭਾਵਿਕ ਹੈ ਕਿ ਦੁੱਖ ਲੱਗਣਾ ਜ਼ਰੂਰੀ ਹੈ, ਕਿਉਂਕਿ ਇੱਕ ਮਾਨਤਾ ਲੱਖਾਂ ਸਾਲਾਂ ਦੀ ਚੱਲੀ ਆਉਂਦੀ ਹੈ, ਉਹਨੂੰ ਇੱਕ ਵਿਅਕਤੀ ਆ ਕੇ ਰੱਦ ਕਰ ਦੇਵੇ ਤਾਂ ਬੜੀ ਔਖੀ ਗੱਲ ਹੈ। ਤਾਂ ਦੁੱਖ ਤਾਂ ਲੱਗਣਾ ਹੀ ਸੀ। ਪੰਡਤ ਨੇ ਦੁੱਖ ਮਨਾਇਆ, ਬ੍ਰਾਹਮਣ ਨੇ ਦੁੱਖ ਮਨਾਇਆ, ਕਾਜੀ ਨੇ ਦੁੱਖ ਮਨਾਇਆ, ਮੁੱਲਾ ਨੇ ਦੁੱਖ ਮਨਾਇਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਕਬੀਰ ਸਾਹਿਬ ਕਹਿੰਦਾ ਮੈਂ ਤੁਹਾਨੂੰ ਸਿੱਧ ਕਰਕੇ ਦਿਖਾਉਣਾ ਹੈ। ਨਹੀਂ ਤੁਸੀਂ ਇੱਕ ਨੂੰ ਸਿੱਧ ਕਰਕੇ ਦਿਖਾਓ, ਨਹੀਂ ਤੁਹਾਨੂੰ ਮੈਂ ਇੱਕ ਸਿੱਧ ਕਰਕੇ ਦਿਖਾ ਦੇਣਾ। ਅੱਜ ਵੀ ਸਾਡੀ ਸਿੱਖ ਮੱਤ ਦੇ ਵਿੱਚ ਇੱਕ ਬਾਰੇ ਬੜਾ ਵੱਡਾ ਭੁਲੇਖਾ ਹੈ ਕਿ ਇੱਕ ਕੀ ਹੈ। ਔਰ ਜਦ ਕਿ ਗੁਰਬਾਣੀ ਦੇ ਅੰਦਰ ਇੱਕ ਬਾਰੇ ਹੀ ਸਾਰਾ ਕੁਝ ਸਮਝਾਇਆ ਗਿਆ। ਤਬ ਲੋਗਾ ਕਾਹੇ ਦੁੱਖ ਮਾਨਿਆ, ਹਮ ਆਪਤ ਹੈ ਆਪਣੀ ਪਤ ਖੋਈ, ਹਮਰੈ ਖੋਜ ਪਰੋ ਮਤ ਕੋਈ ਰਹਾਉ। ਹੁਣ ਪਾਤਸ਼ਾਹ ਕਹਿੰਦੇ ਵੀ ਜਦੋਂ ਕਬੀਰ ਸਾਹਿਬ ਜੀ ਨੇ ਇਹ ਗੱਲ ਆਖੀ ਵੀ ਮੈਂ ਇੱਕ ਨੂੰ ਜਾਣ ਲਿਆ, ਤੇ ਲੋਕਾਂ ਨੇ ਬੜਾ ਦੁੱਖ ਮੰਨਿਆ। ਉਹ ਕਹਿੰਦੇ ਇਹਦੀ ਕੋਈ ਇੱਜ਼ਤ ਥੋੜ੍ਹੋ ਹੈ, ਇਹ ਐਵੇਂ ਮਾਰੀ ਜਾਂਦਾ ਹੈ। ਅੱਜ ਸਾਡੇ ਵੀ ਕਹਿਣਗੇ, ਅੱਜ ਸਾਡੇ ਕੋਲ ਵੀ ਸ਼ਬਦ ਨੇ ਵੀ ਇਹ ਨਾਸਤਕ ਹੋ ਗਿਆ ਜੀ, ਇਹ ਨਿੰਦਕ ਹੋ ਗਿਆ ਜੀ। ਹੁਣ ਇਹਨੂੰ ਨਵੇਂ ਨੂੰ ਹੀ ਸੋਝੀ ਆਈ, ਪਹਿਲਾਂ ਐਡੇ ਐਡੇ ਮਹਾਂਪੁਰਖ ਹੋ ਗਏ ਉਹਨਾਂ ਨੂੰ ਕੋਈ ਸੋਝੀ ਓ ਨਹੀਂ ਸੀ, ਇਹ ਹੁਣ ਨਵੇਂ ਗਿਆਨੀ ਜੰਮ ਪਏ। ਇਹੋ ਜਿਹੀਆਂ ਗੱਲਾਂ ਸਾਡੇ ਵੀ ਚੱਲਦੀਆਂ ਨੇ ਅੱਜ। ਖਾਸ ਕਰਕੇ ਧਾਰਮਿਕ ਲੋਕ ਹੀ ਕਰਦੇ ਆ, ਉਹ ਆਪਣੀ ਹਉਮੈ ਤੇ ਸੱਟ ਨਹੀਂ ਵੱਜਣ ਦਿੰਦੇ। ਜਦੋਂ ਉਹਨਾਂ ਨਾਲ ਬੈਠ ਕੇ ਵਿਚਾਰ ਕਰੀਏ ਵੀ ਪੁੱਛੇ ਵੀ ਤੁਸੀਂ ਦੱਸੋ ਫਿਰ ਇੱਕ ਕੀ ਹੈ, ਫਿਰ ਉਹ ਕਹਿਣਗੇ ਜੀ ਇੱਕ ਰੱਬ ਹੈ, ਇੱਕ ਪਰਮਾਤਮਾ ਹੈ ਜੀ, ਹੋਰ ਕੋਈ ਇੱਕ ਨਹੀਂ ਹੈ, ਬਸ ਪਰਮਾਤਮਾ ਇੱਕ ਹੈ। ਜਦੋਂ ਫਿਰ ਕਹਿ ਦਿੰਦੇ ਵੀ ਪਰਮਾਤਮਾ ਸ਼ਬਦ ਤਾਂ ਗੁਰਬਾਣੀ 'ਚ ਨਹੀਂ ਆਉਂਦਾ ਹੈਗਾ, ਫਿਰ ਤੁਸੀਂ ਇਹ ਸ਼ਬਦ ਐਡੇ ਐਡੇ ਮਹਾਂਪੁਰਖ ਹੋ ਗਏ, ਉਹ ਵੀ ਤਾਂ ਪਰਮਾਤਮਾ ਕਹਿੰਦੇ ਸੀ, ਉਹਨਾਂ ਨੂੰ ਪਤਾ ਹੀ ਨਹੀਂ।
ਤੇ ਇਹਦਾ ਮਤਲਬ ਉਹਨਾਂ ਨੂੰ ਨਹੀਂ ਸੀ ਪਤਾ। ਜੇ ਪਤਾ ਹੁੰਦਾ ਤਾਂ ਉਹਨਾਂ ਚੋਂ ਗੁਰਬਾਣੀ ਚੋਂ ਸੋਝੀ ਆਉਂਦੀ। ਔਰ ਜਿਹਨੂੰ ਉਹ ਮੰਨਦੇ ਨੇ ਵੀ ਉਹ ਇੱਕ ਹੈਗਾ ਪ੍ਰਮਾਤਮਾ, ਕੋਈ ਤਾਂ ਪ੍ਰਮਾਤਮਾ ਹੀ ਦੱਸ ਦਿੰਦਾ ਫਿਰ ਉਹਨਾਂ ਨੂੰ ਵੀ ਪ੍ਰਮਾਤਮਾ ਦਾ ਸ਼ਬਦ ਹੀ ਨਹੀਂ ਹੈਗਾ ਗੁਰਬਾਣੀ 'ਚ। ਜਿਉਂ ਗੁਰੂ ਨਾਨਕ ਦੇ ਦਰਸ਼ਨ ਕਰਦੇ, ਕੀ ਗੁਰੂ ਨਾਨਕ ਨੇ ਦੱਸਿਆ ਨਾ। ਇੱਥੋਂ ਪਤਾ ਲੱਗਦਾ ਕਿ ਨਹੀਂ ਇਸ ਤਰ੍ਹਾਂ ਦੀਆਂ ਕੋਈ ਗੱਲਾਂ ਹੈਗੀਆਂ, ਸਭ ਇੱਕ ਭਰਮ ਜਾਲ ਬੁਣਿਆ ਹੋਇਆ, ਉਹਦੇ ਵਿੱਚ ਜੀਵ ਫਸੀ ਜਾਂਦੇ ਆ, ਬਾਰ-ਬਾਰ ਆ ਕੇ ਫਸੀ ਜਾਂਦੇ ਆ। ਲੋੜਾਂ ਹੁੰਦੀਆਂ ਨੇ, ਲੋੜਾਂ ਨਾਲ ਜੁੜ ਜਾਂਦੇ ਆ ਤੇ ਲੋੜਾਂ ਕਰਕੇ ਜੀਵਨ ਵਿਅਰਥ ਗਵਾਈ ਜਾ ਰਿਹਾ। ਪਾਤਸ਼ਾਹ ਕਹਿੰਦੇ ਹਮ ਆਪਤੈ ਆਪਣੀ ਪਤ ਖੋਈ, ਕਹਿੰਦੇ ਮੈਂ ਆਪਣੀ ਇੱਜ਼ਤ ਗਵਾਈ ਹੈ। ਕਿਉਂਕਿ ਲੋਕ ਇਹ ਕਹਿਣ ਲੱਗ ਗਏ ਸੀ ਵੀ ਹੁਣ ਤੂੰ ਇੱਕ ਤਾਂ ਕਬੀਰ ਸਾਹਿਬ ਦੀ ਸੰਸਾਰੀ ਤੌਰ 'ਤੇ ਉਮਰ ਵੱਡੀ ਹੋ ਗਈ ਸੀ, ਵੀ ਇਹਦਾ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਇਸ ਤਰ੍ਹਾਂ ਦਾ ਹੋ ਗਿਆ, ਤਾਂ ਹੁਣ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ। ਪਹਿਲਾਂ ਇਹ ਰਾਮਾਨੰਦ ਜੀ ਕੋਲ ਜਾਂਦੇ ਸੀ, ਉਹਨਾਂ ਕੋਲ ਰਹਿੰਦੇ ਸੀ, ਉਦੋਂ ਵੀ ਤਾਂ ਪਾਠ ਕਰਦੇ ਸੀ, ਉਦੋਂ ਮਾਲਾ ਫੇਰਦਾ ਸੀ, ਹੁਣ ਇਹ ਵਿਰੋਧ ਕਰਨ ਲੱਗ ਗਿਆ। ਉਦੋਂ ਵੀ ਇਹ ਗੱਲਾਂ ਚੱਲਦੀਆਂ ਸੀ, ਜਦੋਂ ਗੁਰੂ ਨਾਨਕ ਆਇਆ ਉਦੋਂ ਵੀ ਚੱਲੀਆਂ ਨੇ ਗੱਲਾਂ। ਗੁਰੂ ਨਾਨਕ ਸਾਹਿਬ ਨੇ ਤਾਂ ਆਪ ਆਖਿਆ ਵੀ ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ। ਇਹਦਾ ਮਤਲਬ ਲੋਕ ਉਹਨਾਂ ਨੂੰ ਇਹਨਾਂ ਸ਼ਬਦਾਂ ਨਾਲ ਸੰਬੋਧਨ ਕਰਦੇ ਸੀ। ਸੋ ਕਬੀਰ ਸਾਹਿਬ ਨੂੰ ਵੀ ਆਖਿਆ ਵੀ ਇਹਦਾ ਕੁੱਤੇ ਵਾਂਗੂ ਭੌਂਕਦਾ, ਤਾਂ ਕਬੀਰ ਸਾਹਿਬ ਨੇ ਵੀ ਕਿਹਾ ਕਿ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਏ ਹਮਾਰੇ ਜੇਵਰੀ ਜਹ ਖਿੰਚੈ ਤੈ ਜਾਓ। ਕਹਿੰਦੇ ਹਾਂ ਕੁੱਤਾ ਹਾਂ, ਪਰ ਸੱਚ ਦਾ, ਪਰਮੇਸ਼ਰ ਦਾ ਕੁੱਤਾ ਹਾਂ, ਲੋਕਾਂ ਦਾ ਨਹੀਂ। ਜਿਹੜਾ ਪਰਮੇਸ਼ਰ ਬਾਰੇ ਕੁਛ ਬੋਲੂਗਾ, ਗਲਤ ਬੋਲੂਗਾ, ਕਹਿੰਦੇ ਉਹਨੂੰ ਤਾਂ ਭੌਂਕੂਗਾ ਹੀ ਭੌਂਕੂਗਾ। ਜਿਵੇਂ ਅਸੀਂ ਵੀ ਜਦੋਂ ਕੋਈ ਸਾਡੇ ਮਾਂ-ਬਾਪ ਨੂੰ ਕੋਈ ਗਲਤ ਬੋਲੇ ਤਾਂ ਫਿਰ ਅਸੀਂ ਵੀ ਤਾਂ ਤਕਲੀਫ ਮੰਨਦੇ ਹੀ ਆ ਨਾ, ਵੀ ਸਾਡੇ ਮਾਂ-ਬਾਪ ਨੂੰ ਕਿਉਂ ਗਲਤ ਬੋਲਦਾ। ਇਸੇ ਤਰ੍ਹਾਂ ਭਗਤਾਂ ਨੂੰ ਵੀ ਬੇਤਕਲੀਫ ਹੁੰਦੀ ਹੈ। ਤਾਂ ਪਾਤਸ਼ਾਹ ਨੇ ਕਿਹਾ, ਕਹਿੰਦੇ ਹਮ ਆਪਤੈ ਆਪਣੀ ਪਤ ਖੋਈ, ਕਹਿੰਦੇ ਮੈਂ ਆਪਣੀ ਪਤ ਖੋਈ ਹੈ। ਭਾਵੇਂ ਮੇਰੀ ਸੰਸਾਰ 'ਚ ਇੱਜ਼ਤ ਨਹੀਂ ਤਾਂ ਨਾ ਸੇ, ਮੈਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਸੰਸਾਰ ਦੇ ਲੋਕ ਮੇਰੀ ਉਸਤਤ ਕਰਦੇ ਆ ਜਾਂ ਮੇਰੀ ਨਿੰਦਿਆ ਕਰਦੇ ਆ, ਮੈਨੂੰ ਦੋਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈ ਰਿਹਾ। ਕਿਉਂਕਿ ਉਸਤਤ ਵੀ ਮਾਇਆ ਦੇ ਸਰੀਰ ਦੀ ਹੋ ਰਹੀ ਹੈ, ਨਿੰਦਿਆ ਵੀ ਮਾਇਆ ਦੇ ਸਰੀਰ ਦੀ ਹੋ ਰਹੀ ਹੈ। ਇੱਕ ਬੰਦਾ ਗੰਦਗੀ ਦੇ ਗੁਣ ਦੱਸ ਰਿਹਾ ਹੈ, ਇੱਕ ਬੰਦਾ ਗੰਦਗੀ ਦੇ ਔਗਣ ਦੱਸ ਰਿਹਾ ਹੈ। ਸਰੀਰ ਇੱਕ ਵਿਖਿਆ, ਇੱਕ ਵਿਖਿਆ ਦੀ ਵਡਿਆਈ ਕਰੀ ਜਾਂਦਾ, ਇੱਕ ਵਿਖਿਆ ਬਾਰੇ ਮਾੜਾ ਕਹੀ ਜਾਂਦਾ। ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪੈ ਰਿਹਾ, ਕਿਉਂਕਿ ਮੇਰੇ ਬਾਰੇ ਤਾਂ ਕੋਈ ਜਾਣਦਾ ਹੀ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਬਾਰੇ ਕੋਈ ਜਾਣਦਾ ਹੀ ਨਹੀਂ, ਉਹ ਮੇਰੀ ਕੀ ਨਿੰਦਿਆ ਕਰੂ, ਕੀ ਮੇਰੀ ਉਸਤਤ ਕਰੂ। ਹਮ ਆਪਤੈ ਆਪਣੀ ਪਤ ਖੋਈ, ਕਹਿੰਦੇ ਮੈਨੂੰ ਕੋਈ ਪਰਵਾਹ ਨਹੀਂ ਕਿਸੇ ਦੀ, ਕੋਈ ਕੀ ਕਹਿ ਰਿਹਾ। ਹਮਰੈ ਖੋਜ ਪਰੋ ਮਤ ਕੋਈ, ਪਰ ਕਬੀਰ ਸਾਹਿਬ ਕਹਿੰਦੇ ਮੈਂ ਤੁਹਾਨੂੰ ਇਹ ਵੀ ਨਹੀਂ ਕਹਿ ਰਿਹਾ ਵੀ ਜੋ ਕੁਛ ਮੈਂ ਕੀਤਾ, ਜੋ ਮੈਂ ਖੋਜਿਆ, ਵੀ ਤੁਸੀਂ ਇਹਨੂੰ ਮੰਨੋ, ਤੁਹਾਡੀ ਖੁਸ਼ੀ ਹੈ। ਪਰ ਮੈਂ ਤੁਹਾਨੂੰ ਆਪਣੀ ਗੱਲ ਦੱਸੀ ਹੈ। ਜਦੋਂ ਤੁਸੀਂ ਆਪਣੀ ਗੱਲ ਮਾਰਕੀਟ 'ਚ ਦੱਸ ਸਕਦੇ ਹੋ ਕਿ ਮੈਂ ਨਹੀਂ ਦੱਸ ਸਕਦਾ। ਤੁਸੀਂ ਆਪਣੀ ਗੱਲ ਲੋਕਾਂ ਨੂੰ ਦੱਸੀ ਵੀ ਕਾਹ ਹੈ, ਤੇ ਮੈਂ ਵੀ ਦੱਸਦਾ ਵੀ ਕਾਹ ਹੈ। ਹੁਣ ਤੁਸੀਂ ਕਿਉਂ ਤਕਲੀਫ ਮੰਨਦੇ ਹੋ ਵੀ ਇਹਨੇ ਗਲਤ ਦੱਸਿਆ? ਤੁਹਾਡੇ ਵਾਲਾ ਤੁਹਾਨੂੰ ਮੁਬਾਰਕ ਸਹੀ ਹੈ, ਤੁਸੀਂ ਰੱਖੋ, ਪਰ ਮੈਂ ਦੱਸਦਾ ਵੀ ਆਹ ਇੱਕ ਹੈ। ਹਾਂ, ਤੁਹਾਨੂੰ ਲੱਗਦਾ ਕਿ ਮੈਂ ਗਲਤ ਦੱਸਦਾ ਤਾਂ ਤੁਸੀਂ ਮੇਰੇ ਨਾਲ ਬੈਠ ਕੇ ਵਿਚਾਰ ਕਰੋ। ਨਹੀਂ, ਤੁਹਾਡੇ ਵਾਲੇ 'ਚ ਮੈਂ ਦੱਸਦਾ ਵੀ ਕੀ ਕਮੀ ਹੈ, ਉਹ ਵਿਚਾਰ ਕਰ ਲਓ। ਇਹੀ ਗੱਲਾਂ ਗੁਰੂ ਨਾਨਕ ਸਾਹਿਬ ਨੇ ਕੀਤੀਆਂ ਆ ਕੇ, ਇਹੀ ਗੱਲਾਂ ਨਾਮਦੇਵ ਜੀ ਪਾਤਸ਼ਾਹ ਨੇ ਕੀਤੀਆਂ। ਸਾਰਿਆਂ ਨੇ ਇਹੀ ਗੱਲਾਂ ਜੋਗੀਆਂ ਨਾਲ, ਪੰਡਤ ਨਾਲ, ਕਾਜੀ ਨਾਲ, ਮੁੱਲਾ ਨਾਲ, ਸਰੇਵੜਿਆਂ ਨਾਲ, ਜਿਹੜੇ ਧਰਮ ਦੇ ਆਗੂ ਸੀ ਉਹਨਾਂ ਨਾਲ ਬੈਠ ਕੇ ਵਿਚਾਰਾਂ ਕੀਤੀਆਂ। ਅੱਜ ਸਾਡੀ ਸਿੱਖ ਮੱਤ ਦੇ ਅੰਦਰ ਵਿਚਾਰ ਖਤਮ ਹੈ। ਅੱਜ ਵਿਚਾਰ ਨਹੀਂ ਕੀਤੀ ਜਾਂਦੀ, ਅੱਜ ਪ੍ਰਚਾਰ ਕੀਤਾ ਜਾ ਰਿਹਾ ਕਿ ਇੱਕ ਬੰਦਾ ਬੈਠਦਾ, 100 ਬੰਦਾ ਬੈਠਾ, 200 ਬੈਠਾ, 400 ਬੈਠਾ, ਸੁਣਾ ਕੇ ਤੁਰ ਜਾਂਦਾ। ਅਤੇ ਜੇ ਕੋਈ ਉਹਨਾਂ 'ਚੋਂ ਸਵਾਲ ਕਰਦਾ ਫਿਰ ਅਸੀਂ ਕਹਿੰਦੇ ਹਾਂ ਸਾਡੇ ਧਾਰਮਿਕ ਲੋਕ ਤਰਕ ਨਹੀਂ ਜੀ ਕਰੀ ਦੀ, ਸ਼ੰਕਾ ਨਹੀਂ ਕਰੀ ਦੀ, ਸ਼ਰਧਾ ਰੱਖੀ ਦੀ ਆ, ਅੰਧ ਵਿਸ਼ਵਾਸ ਹੋਣਾ ਚਾਹੀਦਾ ਰੱਬ 'ਤੇ। ਤੁਸੀਂ ਹੁਣ ਰੱਬ 'ਤੇ ਵੀ ਤਰਕਾਂ ਕਰੋਗੇ, ਜਦ ਕਿ ਉਹ ਰੱਬ 'ਤੇ ਤਰਕ ਨਹੀਂ ਕਰ ਰਿਹਾ, ਉਹ ਤੁਹਾਡੇ ਬੋਲਾਂ 'ਤੇ ਤਰਕ ਕਰਦਾ ਹੈ। ਤੁਹਾਡੇ ਬੋਲਾਂ ਬਾਰੇ ਕੁਛ ਕਹਿੰਦਾ ਵੀ ਇਹਨਾਂ ਗੱਲਾਂ ਦੀ ਸਾਨੂੰ ਸਮਝ ਨਹੀਂ ਲੱਗੀ, ਸਮਝਾ ਦਿਓ। ਗੁਰਬਾਣੀ ਵੀ ਕਹਿੰਦੀ ਹੈ ਤਰਕ ਨਾ ਚਾ ਭ੍ਰਮੀਆਂ ਚਾ, ਕਹਿੰਦੇ ਜਿੰਨਾ ਚਿਰ ਤਰਕ ਨਹੀਂ ਹੈ ਉਹਨਾਂ ਚਿਰ ਭ੍ਰਮੀਆਂ ਚਾ, ਉਹਨਾਂ ਚਿਰ ਭਰਮ 'ਚ ਹੈ।
ਜੇ ਇੱਕ ਵਿਦਿਆਰਥੀ ਟੀਚਰ ਨੂੰ ਸਵਾਲ ਹੀ ਨਾ ਕਰੇ ਤਾਂ ਵਿਦਿਆਰਥੀ ਦਾ ਸਮਾਧਾਨ ਕਿਵੇਂ ਹੋਊਗਾ? ਜਾਂ ਟੀਚਰ ਉਹਦਾ ਗੁੱਸਾ ਹੀ ਕਰ ਜਾਵੇ ਵੀ ਤੂੰ ਮੈਨੂੰ ਸਵਾਲ ਕਿਉਂ ਪੁੱਛਿਆ। ਕੀ ਇਹ ਕੋਈ ਸਿਆਣਪ ਹੈ? ਪਰ ਸਾਡੇ ਧਰਮ ਦੇ ਖੇਤਰ ਵਿੱਚ ਜਿੰਨੇ ਵੀ ਧਾਰਮਿਕ ਲੋਕ ਨੇ, ਆਗੂ ਨੇ, ਉਹ ਗੁੱਸਾ ਕਰਦੇ, ਉਹ ਤਕਲੀਫ ਕਰਦੇ ਮੰਨਦੇ ਆ ਜੇ ਕੋਈ ਉਹਨਾਂ ਨੂੰ ਸਵਾਲ ਪੁੱਛੇ। ਪਰ ਪਰਮਾਰਥ ਦੇ ਵਿੱਚ ਸਪਸ਼ਟ ਲਿਖਿਆ ਪਾਤਸ਼ਾਹ ਨੇ ਕਿ ਹਮਰੈ ਖੋਜ ਪਰੋ ਮਤ ਕੋਈ। ਕਹਿੰਦੇ ਮੈਂ ਕੁਝ ਖੋਜਿਆ। ਦੇਖੋ, ਖੋਜ ਕੀਤੀ ਹੈ ਕਿਸੇ ਚੀਜ਼ ਦੀ। ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ ਮਾਏ। ਹੁਣ ਅੱਜ ਖੋਜ ਗਾਇਬ ਆ। ਅੱਜ ਕਹਿੰਦੇ ਬਸ ਜੋ ਪਿੱਛੋਂ ਕਿਸੇ ਨੇ ਕਹਿ ਤਾ ਮੰਨੀ ਚੱਲੋ, ਉਹਤੇ ਕੋਈ ਸਵਾਲ ਨਾ ਕਰੋ। ਜਦ ਕਿ ਉਹਤੇ ਸਵਾਲ ਨਹੀਂ ਹੋ ਰਿਹਾ, ਉਹਨਾਂ ਗੱਲਾਂ ਦੇ ਉੱਪਰ ਵਿਚਾਰ ਹੋ ਰਹੀ ਹੈ। ਸਵਾਲ ਕਰਨਾ ਹੋਰ ਚੀਜ਼ ਹੈ, ਵਿਚਾਰ ਕਰਨੀ ਹੋਰ ਚੀਜ਼ ਹੈ। ਅਸੀਂ ਵਿਚਾਰ ਕਰਦੇ ਹਾਂ ਵੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ, ਵੀ ਸਮਝਾ ਦਿਓ। ਇਹ ਤਾਂ ਇੱਕ ਵਿਚਾਰ ਦਾ ਵਿਸ਼ਾ ਹੈ। ਗੁਰਬਾਣੀ ਬਾਰ-ਬਾਰ ਵਿਚਾਰ ਦੀ ਗੱਲ ਕਰਦੀ ਹੈ, ਪਰ ਸਾਡੇ ਤਾਂ ਵਿਚਾਰ ਦੇ ਖਿਲਾਫ ਚੱਲਦੇ ਆ ਸਾਰੇ। ਗੁਰਬਾਣੀ ਕਹਿੰਦੀ ਹੈ ਹਮਰੈ ਖੋਜ ਪਰੋ ਮਤ ਕੋਈ। ਉਹ ਕਹਿੰਦੇ ਮੈਂ ਕੁਝ ਖੋਜਿਆ। ਕੀ ਖੋਜਿਆ? ਕਿ ਇੱਕ ਕੀ ਹੈ? ਕਿਉਂਕਿ ਇੱਕ ਦਾ ਹੀ ਸਾਰੇ ਰੌਲਾ ਸੀ ਪਹਿਲਾਂ। ਉਹ ਕਹਿੰਦੇ ਸੀ ਆਹ ਇੱਕ, ਉਹ ਕਹਿੰਦੇ ਸੀ ਆਹ ਇੱਕ, ਉਹ ਕਹਿੰਦੇ ਸੀ ਆਹ ਇੱਕ ਹੈ। ਪਰ ਕਬੀਰ ਸਾਹਿਬ ਨੇ ਇੱਕ ਦੀ ਜਦੋਂ ਖੋਜ ਕੀਤੀ, ਉਹ ਕਹਿੰਦੇ ਵੀ ਖੋਜ ਕੇ ਪਤਾ ਲੱਗ ਗਿਆ ਵੀ ਇੱਕ ਕੀ ਚੀਜ਼ ਹੈ। ਉਹ ਜੋ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਦੱਸਿਆ। ਪਰ ਕਹਿੰਦੇ ਜੇ ਤੁਹਾਨੂੰ ਨਹੀਂ ਠੀਕ ਲੱਗਦਾ, ਮੇਰੇ 'ਚ ਕੋਈ ਕਮੀ ਲੱਗਦੀ ਹੈ, ਮੈਂ ਨਹੀਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਇਹਨੂੰ ਮੰਨੋ, ਪਰ ਮੈਂ ਖੋਜਿਆ, ਤੁਸੀਂ ਨਾ ਮੰਨੋ। ਰਹਾਓ ਕਹਿੰਦੇ ਵਿਚਾਰੋ। ਹਮ ਮੰਦੇ ਮੰਦੇ ਮਨ ਮਾਹੀ। ਕਹਿੰਦੇ ਚਲੋ ਮੈਂ ਮੰਨਦਾ ਹੀ ਸਹੀ, ਪਰ ਮੰਦਾ ਮਨ ਮਾਹੀ, ਮੈਂ ਆਪਣੇ ਮਨ ਕਰਕੇ ਮੰਨਦਾ। ਮੈਂ ਤੁਹਾਡੇ ਨਾਲ ਮਨ ਤਾਂ ਨਹੀਂ ਮੰਦਾ ਕੀਤਾ, ਮੈਂ ਤੁਹਾਨੂੰ ਤਾਂ ਕੁਛ ਨਹੀਂ ਕਿਹਾ ਹੈਗਾ। ਜੇ ਗਲਤ ਰਸਤੇ ਤੇ ਪਿਆ ਤਾਂ ਮੈਂ ਪਿਆ, ਤੁਸੀਂ ਤਾਂ ਨਹੀਂ ਪਏ। ਜੇ ਮੰਦਾ ਤਾਂ ਮੇਰਾ ਮਨ ਆ, ਤੁਹਾਡਾ ਤਾਂ ਨਹੀਂ। ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਓ ਨਾਹੀ। ਕਹਿੰਦੇ ਪਰ ਮੇਰੀ ਵੀ ਕਿਸੇ ਨਾਲ ਕੋਈ ਸਾਂਝ ਨਹੀਂ ਇੱਥੇ ਤੁਹਾਡੇ ਨਾਲ। ਜੇ ਤੁਸੀਂ ਕਹਿੰਦੇ ਵੀ ਅਸੀਂ ਤੇਰੇ ਨਾਲ ਕੋਈ ਸਾਂਝ ਨਹੀਂ ਰੱਖਣੀ, ਵੀ ਇਹਨੂੰ ਬਾਹਰ ਕੱਢੋ, ਤੇ ਕਹਿੰਦੇ ਸਾਂਝ ਮੇਰੀ ਵੀ ਤੁਹਾਡੇ ਨਾਲ ਨਹੀਂ ਕੋਈ ਹੈਗੀ। ਸਾਂਝ ਪਤ ਕਾਹੂ ਸਿਓ ਨਾਹੀ। ਕਹਿੰਦੀ ਮੇਰੀ ਕਿਸੇ ਨਾਲ ਵੀ ਸਾਂਝ ਨਹੀਂ ਹੈਗੀ। ਕਿਉਂ ਨਹੀਂ ਸਾਂਝ ਕਿਸੇ ਨਾਲ? ਹੁਣ ਭਗਤ ਦੀ ਤਾਂ ਸਭ ਨਾਲ ਸਾਂਝ ਹੋਣੀ ਚਾਹੀਦੀ ਹੈ, ਕਿਉਂਕਿ ਭਗਤ ਦੇ ਅੰਦਰ ਤਾਂ ਵੈਰ ਨਹੀਂ ਹੁੰਦਾ। ਪਰ ਉਹ ਕਹਿੰਦੇ ਵੀ ਸਾਡੀ ਕਿਸੇ ਨਾਲ ਸਾਂਝ ਨਹੀਂ। ਭਗਤ ਦੇ ਅੰਦਰ ਵੈਰ ਨਹੀਂ ਹੈ, ਭਗਤ ਦੇ ਅੰਦਰ ਨਫ਼ਰਤ ਨਹੀਂ ਹੈ, ਪਰ ਉਹ ਸਾਂਝ ਵੀ ਕਿਸੇ ਨਾਲ ਨਹੀਂ ਰੱਖਦਾ। ਨਫ਼ਰਤ ਨਹੀਂ ਕਰਦਾ, ਪਰ ਸਾਂਝ ਨਹੀਂ ਹੈ। ਉਹ ਕਹਿੰਦੇ ਵੀ ਤੁਹਾਡਾ ਰਸਤਾ ਹੋਰ ਹੈ, ਮੇਰਾ ਰਸਤਾ ਹੋਰ ਹੈ, ਮੈਂ ਤੁਹਾਡੇ ਨਾਲ ਸਾਂਝ ਕਾਹਦੀ ਕਰੂੰ? ਤੁਸੀਂ ਆਪਣੇ ਰਸਤੇ ਚੱਲੋ। ਕੋਈ ਬੰਦਾ ਕਿਸੇ ਰਸਤੇ ਜਾ ਰਿਹਾ, ਕੋਈ ਕਿਸੇ ਰਸਤੇ ਜਾ ਰਿਹਾ, ਤਾਂ ਉਹਦੀ ਨਫ਼ਰਤ ਥੋੜ੍ਹੋ ਉਹਦੇ ਨਾਲ। ਇੱਕ ਸਾਂਝ ਨਹੀਂ ਹੈ। ਨਫ਼ਰਤ ਤਾਂ ਉਹ ਹੁੰਦੀ ਹੈ ਵੀ ਜੇ ਕੋਈ ਉਸ ਰਸਤੇ ਤੇ ਵੀ ਚੱਲਣਾ ਚਾਹੇ ਤਾਂ ਉਹਨੂੰ ਚੱਲਣ ਨਾ ਦੇਵੇ, ਉਹਦੇ ਤੇ ਰੋਕ ਲਾਵੇ ਵੀ ਤੂੰ ਨਾ ਜਾ। ਉਹ ਹੈ ਨਫ਼ਰਤ। ਪਰ ਭਗਤ ਤਾਂ ਕਹਿੰਦੇ ਸੀ ਵੀ ਆਓ, ਜਿਹੜੇ ਰਸਤੇ ਤੇ ਅਸੀਂ ਚੱਲੇ ਹਾਂ ਤੁਸੀਂ ਚੱਲੋ, ਪਰ ਉਸ ਰਸਤੇ ਤੇ ਕੋਈ ਜਾਂਦਾ ਹੀ ਨਹੀਂ ਸੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਕਿਹੜਾ ਚੱਲੂ? ਔਰ ਜਿਹੜਾ ਅੱਜ ਸਾਡੇ ਕੋਲ ਪਰਮਾਰਥ ਦਾ ਰਸਤੇ ਤਾਂ ਸੌਖਾ ਹੀ ਬਹੁਤ ਹੈ। ਇਹ ਤਾਂ ਕਹਿੰਦੇ ਤੜਕੇ ਉੱਠੋ, ਉੱਠ ਕੇ ਪਾਠ ਕਰੋ ਤੇ ਬਸ ਠੀਕ ਹੈ ਜੀ। ਕੀ ਔਖਾ ਇਹ 'ਚ? ਹਰ ਰੋਜ਼ ਉਹੀ ਗੁਰਬਾਣੀ ਪੜ੍ਹਨੀ ਕੀ ਔਖੀ ਹੈ? ਮੂੰਹ ਜ਼ਬਾਨੀ ਚੇਤੇ ਹੋ ਜਾਂਦੀ ਹੈ। ਅਸੀਂ ਤਾਂ ਜਪਜੀ ਸਾਹਿਬ ਦਾ ਪਾਠ ਵੀ ਤੁਰੇ ਜਾਂਦੇ ਕਰ ਦਿੰਦੇ, ਕੀ ਔਖਾ ਹੈ? ਕਿਸੇ ਵੇਲੇ ਪਾਤਸ਼ਾਹ ਨੇ ਆਖਿਆ ਸੀ ਲੋਗਨ ਰਾਮ ਖਿਲੌਣਾ ਜਾਣਾ, ਅੱਜ ਉਹੀ ਹਾਲਤ ਹੈ। ਦੌੜ ਲੱਗੀ ਹੋਈ ਹੈ ਪਾਠ ਕਰਨ ਦੀ। ਕੰਮ ਤੇ ਜਾਣਾ, ਫਟਾਫਟ 12 ਵਜੇ ਤੋਂ ਪਹਿਲਾਂ ਪੰਜੇ ਬਾਣੀ ਦਾ ਪਾਠ ਕਰਨਾ, ਇੰਨੀ ਸਪੀਡ ਨਾਲ ਕਰਨਾ, ਹੋ ਗਿਆ। ਜੇ ਕੋਈ ਪੁੱਛ ਲਵੇ ਵੀ ਕੀ ਪੜ੍ਹਿਆ, ਕੀ ਕਿਹਾ ਗੁਰੂ ਸਾਹਿਬ ਨੇ, ਫਿਰ ਗੁੱਸਾ ਕਰਦੇ ਆ, ਤੂੰ ਕੌਣ ਉਹਨਾਂ ਪੁੱਛਣ ਵਾਲਾ? ਸੋ ਇਹ ਨਹੀਂ, ਇਹ ਗੱਲਾਂ ਗੁਰਬਾਣੀ ਆਗਿਆ ਨਹੀਂ ਦਿੰਦੀ ਮਨਾ, ਤੂੰ ਫਸ ਜਾਏਗਾ ਇਹਨਾਂ ਗੱਲਾਂ 'ਚ। ਸਾਂਝ ਪਤ ਕਾਹੂ ਸਿਓ ਨਾਹੀ, ਕਹਿੰਦੇ ਸਾਡੀ ਨਹੀਂ ਕਿਸੇ ਨਾਲ ਸਾਂਝ ਪਤ।
ਸਾਡਾ ਕੋਈ ਇੱਥੇ ਹੈ ਹੀ ਨਹੀਂ। ਸਾਂਝ ਤਾਂ ਕਰੀਏ ਜੇ ਕੋਈ ਆਪਣਾ ਹੋਵੇ, ਬਗਾਨਿਆਂ ਦਾ ਕੋਈ ਥੋੜ੍ਹਾ ਸਾਂਝ ਕਰਦਾ ਹੁੰਦਾ। ਪੱਤ ਆਪੱਤ ਤਾਂ ਕੀ ਨਹੀਂ ਲਾਜ। ਕਹਿੰਦੇ ਜਿਹੜੀ ਤੁਹਾਡੀ ਇੱਥੇ ਸਾਂਝ ਹੈ, ਤੁਹਾਡਾ ਇੱਥੇ ਮਿੱਤਰਤਾਈ ਹੈ, ਦੋਸਤੀ ਹੈ, ਕਹਿੰਦੇ ਉਹਦੇ ਲਈ ਮੇਰਾ ਕੋਈ ਰੋਲ ਨਹੀਂ ਹੈਗਾ। ਪੱਤ ਤਾਂ ਕੀ ਨਹੀਂ ਲਾਜ, ਮੇਰੀ ਕੋਈ ਇੱਜ਼ਤ ਨਹੀਂ ਹੈ। ਚਾਹੇ ਮੇਰੀ ਸੰਸਾਰੀ ਲੋਕ ਇੱਜ਼ਤ ਕਰਨ, ਮੈਨੂੰ ਕੋਈ ਕਬੀਰ ਸਾਹਿਬ ਸੱਚੇ ਪਾਤਸ਼ਾਹ ਕਹੀ ਜਾਣ ਤਾਂ ਵੀ ਮੈਨੂੰ ਕੋਈ ਫਰਕ ਨਹੀਂ, ਕਬੀਰ ਜੁਲਾਹਾ ਕਹੀ ਚੱਲੇ ਤਾਂ ਵੀ ਮੈਨੂੰ ਕੋਈ ਫਰਕ ਨਹੀਂ, ਕਿਉਂਕਿ ਮੇਰੇ ਸਰੀਰ ਦੀ ਵਡਿਆਈ ਹੋ ਰਹੀ ਹੈ। ਸਰੀਰ ਤਾਂ ਇੱਥੋਂ ਦਾ ਹੀ ਹੈ, ਇੱਥੇ ਹੀ ਰਹਿ ਜਾਣਾ ਹੈ। ਪੱਤ ਆਪੱਤ ਤਾਂ ਕੀ ਨਹੀਂ ਲਾਜ। ਅਸਲ ਵਿੱਚ ਕਬੀਰ ਸਾਹਿਬ ਕਹਿੰਦੇ ਤੁਹਾਨੂੰ ਆਪਣੀ ਪੱਤ ਆਪੱਤ ਬਾਰੇ ਨਹੀਂ ਪਤਾ ਹੈ, ਵੀ ਤੁਹਾਡੀ ਕੀ ਇੱਜ਼ਤ ਹੈ, ਕੀ ਤੁਹਾਡੀ ਬਦਨਾਮੀ ਹੈ। ਤੁਸੀਂ ਆਪਣੀ ਇੱਜ਼ਤ ਬਾਰੇ ਸੋਚੋ, ਤੁਸੀਂ ਮੇਰੇ ਬਾਰੇ ਮਾੜਾ ਨਾ ਬੋਲੋ, ਤੁਸੀਂ ਆਪਣੇ ਬਾਰੇ ਸੋਚੋ। ਤਬ ਜਾਣੋਗੇ ਜਬ ਉਗਰੋਗੋ ਪਾਜ। ਕਹਿੰਦੇ ਫੇਰ ਤੁਹਾਨੂੰ ਪਤਾ ਲੱਗੂ ਜਦੋਂ ਪਾਜ ਉਗੜਨਾ। ਪਾਜ ਕੀ ਉਗੜਨਾ? ਜਦੋਂ ਆ ਸਰੀਰ ਛੁੱਟਣਾ, ਸਰੀਰ ਦਾ ਹੀ ਮਲੰਮਾ ਹੈ। ਜਦੋਂ ਆਤਮਾ ਨੇ ਸਰੀਰ ਤੋਂ ਵੱਖ ਹੋਣਾ ਫੇਰ ਪਤਾ ਲੱਗਣਾ ਵੀ ਖੇਡ ਕੀ ਹੈ। ਹਜੇ ਤਾਂ ਭਰਮ ਭੁਲੇਖੇ 'ਚ ਹੀ ਚੱਲ ਰਹੀ ਹੈ ਆਤਮਾ। ਹਜੇ ਤਾਂ ਇਹ ਕਹਿੰਦੇ ਵੀ ਅੱਗੇ ਕਿਹੜਾ ਦੇਖਿਆ, ਇੱਥੇ ਹੀ ਹੈ ਜੀ, ਬਸ ਆਨੰਦ ਲਵੋ, ਖਾਓ ਪੀਓ, ਪਾਠ ਕਰ ਲਓ, ਠੀਕ ਹੈ ਜੀ। ਥੋੜ੍ਹਾ ਬਹੁਤਾ ਜਿਹਨੂੰ ਸੰਸਾਰੀ ਦਾਨ ਪੁੰਨ ਕਹਿੰਦੇ ਕਰ ਲਓ, ਹੋਰ ਕੁਛ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਤਬ ਜਾਣੋਗੇ, ਕਹਿੰਦੇ ਫਿਰ ਪਤਾ ਲੱਗੂ, ਫਿਰ ਜਾਣ ਜਾਓਗੇ ਸਾਰਾ ਕੁਛ। ਦੇਖੋ ਜਾਣੋਗੇ ਸ਼ਬਦ ਆ ਜਾਣੇ ਹੀ ਜਾਣਾ। ਜਬ ਉਗਰੋਗੇ ਪਾ, ਜਦੋਂ ਪਾਜ ਉਗੜਨਾ ਨਾ, ਵਿੱਚੋਂ ਕੀ ਨਿਕਲਣਾ ਫਿਰ ਉਹਨੇ ਤੁਹਾਡੇ ਸਾਹਮਣੇ ਰੱਖ ਦੇਣਾ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਨਾਨਕ ਜੀ ਕਹਿੰਦੇ ਤੁਹਾਡਾ ਜਾਣਿਆ ਜਾਣਾ ਸਾਰਾ ਕੁਛ। ਉਹੀ ਗੱਲ ਕਬੀਰ ਸਾਹਿਬ ਕਹਿੰਦੇ, ਕਿਉਂਕਿ ਪਹਿਲਾਂ ਕਬੀਰ ਸਾਹਿਬ ਨੇ ਕਹੀ ਹੈ, ਗੁਰੂ ਨਾਨਕ ਸਾਹਿਬ ਬਾਅਦ ਚਾਹੁੰਦੇ ਆ। ਤਬ ਜਾਣੋਗੇ ਜਬ ਉਗਰੋਗੋ ਪਾਜ, ਹੈ ਮੇਰੇ ਮਨਾ, ਫਿਰ ਸਾਰੇ ਪਾਜ ਉਧੇੜ ਕੇ ਸਾਹਮਣੇ ਰੱਖ ਦੇਣੇ ਉਹਨਾਂ ਨੇ। ਖਰੇ ਖਜ਼ਾਨੇ ਪਾਈਐ, ਖੋਟੇ ਸੱਟੀਐ ਬਾਰ ਬਾਰ। ਜੇ ਤਾਂ ਕੋਈ ਖਰਾਪਣ ਹੋਊਗਾ ਤਾਂ ਰੱਖ ਲੈਣਗੇ, ਨਹੀਂ ਤਾਂ ਭਗਾ ਕੇ ਮਾਰਨਾ ਖੋਟਿਆਂ ਨੂੰ। ਔਰ ਉੱਥੋਂ ਸੁੱਟਿਆ ਹੋਇਆ ਹੁਣ ਪਤਾ ਨਹੀਂ ਜਾ ਕੇ ਕਿਹੜੀ ਜੂਨੀ 'ਚ ਡਿੱਗਣਾ। ਜਿਹੜੀ 'ਚ ਡਿੱਗ ਪਿਆ ਉਹ ਜਿਹਾ ਸਰੀਰ ਮਿਲ ਜਾਣਾ, ਆਤਮਾ ਨੂੰ ਮੁੜ ਕੇ ਚਲੀ ਚੱਲ ਫੇਰ। ਕਹੋ ਕਬੀਰ ਪਤ ਹਰ ਪ੍ਰਵਾਨ। ਕਬੀਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਮੈਂ ਤੁਹਾਨੂੰ ਗੱਲ ਕਹਿ ਰਿਹਾ ਵੀ ਅਸਲੀ ਇੱਜ਼ਤ ਕੀ ਹੈ, ਪਤ ਕੀ ਹੈ, ਹਰ ਪ੍ਰਵਾਨ, ਕਿ ਤੁਸੀਂ ਹੁਕਮ ਦੇ ਵਿੱਚ ਆ ਜਾਓ। ਜਿੰਨਾ ਚਿਰ ਹੁਕਮ 'ਚ ਨਹੀਂ ਆਉਂਦੇ, ਆਪਣੇ ਮੂਲ ਨੂੰ ਨਹੀਂ ਪਾਉਂਦੀ ਆਤਮਾ, ਉਨਾ ਚਿਰ ਪ੍ਰਵਾਨਤਾ ਨਹੀਂ ਹੈ। ਇੱਥੇ ਪ੍ਰਵਾਨ ਸ਼ਬਦ ਆ ਗਿਆ। ਇਹੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਆ, ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਪ੍ਰਵਾਨ ਸ਼ਬਦ ਇੱਥੋਂ ਆ ਗਿਆ, ਪਹਿਲਾਂ ਕਬੀਰ ਸਾਹਿਬ ਨੇ ਕਿਹਾ ਹੋਇਆ। ਕਹੋ ਕਬੀਰ ਪਤ ਹਰ ਪ੍ਰਵਾਨ। ਜਿਹੜਾ ਹੁਕਮ ਦੀ ਆਗੋਸ਼ ਵਿੱਚ ਹੈ, ਜਿਹੜਾ ਭਾਣੇ ਵਿੱਚ ਹੈ, ਉਹੀ ਪ੍ਰਵਾਨ ਹੈ। ਭਾਣੇ ਤੋਂ ਬਿਨਾਂ ਕੋਈ ਪ੍ਰਵਾਨ ਨਹੀਂ। ਸਰਬ ਤਿਆਗ ਭਜ ਕੇਵਲ ਰਾਮ। ਉਹਦੀ ਨਿਸ਼ਾਨੀ ਕੀ ਹੈ? ਜਿਹੜਾ ਭਾਣੇ 'ਚ ਹੈ, ਉਹਨੇ ਸਰਬ ਤਿਆਗ, ਉਹਨੇ ਸਾਰਾ ਕੁਛ ਤਿਆਗਿਆ ਹੋਇਆ। ਉਹਦੀ ਸੰਸਾਰ 'ਚ ਕਿਸੇ ਚੀਜ਼ ਤੇ ਕੋਈ ਦਾਅਵੇਦਾਰੀ ਨਹੀਂ ਹੈ। ਸੰਸਾਰ ਦੀ ਇੱਕ ਰਾਈ ਜਿੰਨੇ ਦਾਣੇ ਜਿੰਨੀ ਵੀ ਰਵੇਦਾਰ ਨਹੀਂ ਹੁੰਦਾ ਭਗਤ। ਉਹ ਕਿਸੇ ਚੀਜ਼ ਦੇ ਵਿੱਚ ਆਪਣੀ ਸੋਚ ਨੂੰ ਨਹੀਂ ਲੈ ਕੇ ਆਉਂਦਾ ਵੀ ਸੰਸਾਰ 'ਚ ਮੇਰੀ ਆਹ ਚੀਜ਼ ਮੇਰੀ ਹੈ। ਕਿੱਡੀ ਵੱਡੀ ਗੱਲ ਹੈ, ਬਹੁਤ ਔਖੀ ਗੱਲ ਹੈ। ਨਹੀਂ, ਬੰਦਾ ਸੰਸਾਰ 'ਚ ਕਿਸੇ ਨਾ ਕਿਸੇ ਚੀਜ਼ ਨਾਲ ਤਾਂ ਜੁੜੀ ਜਾਂਦਾ ਨਾ, ਪਰ ਭਗਤ ਨਹੀਂ ਵੀ ਜੁੜਦਾ। ਅੱਜ ਅਸੀਂ ਉਹਨਾਂ ਭਗਤਾਂ ਦੀਆਂ ਚੀਜ਼ਾਂ ਨਾਲ ਜੁੜ ਗਏ। ਜਿਹੜਾ ਭਗਤ ਇਹ ਗੱਲ ਕਹਿ ਰਿਹਾ ਕਿ ਸਰਬ ਤਿਆਗ, ਅਸੀਂ ਤਾਂ ਖੁਦ ਉਹਨਾਂ ਦੀਆਂ ਵਸਤੂਆਂ ਨਾਲ ਜੁੜ ਗਏ। ਜਿਹੜੀਆਂ ਵਸਤੂਆਂ ਉਹਨਾਂ ਨੇ ਵਰਤੀਆਂ ਨੇ, ਅਸੀਂ ਉਹਨਾਂ ਨਾਲ ਜੁੜੇ ਬੈਠੇ। ਉਹ ਕਹਿੰਦਾ ਸਾਰਾ ਕੁਝ ਛੱਡਣਾ, ਕਿਉਂਕਿ ਸਾਡੇ ਵੀ ਵੱਸ ਦੀ ਗੱਲ ਨਹੀਂ, ਕਿਉਂਕਿ ਸਾਨੂੰ ਇੰਨਾ ਪਤਾ ਲੱਗੇ ਵੀ ਜੇ ਅਸੀਂ ਉਹਨਾਂ ਚੀਜ਼ਾਂ ਨਾਲ ਜੁੜਾਂਗੇ ਤਾਂ ਸਾਡਾ ਇੱਥੇ ਸੰਸਾਰ ਚੱਲੂਗਾ। ਜੇ ਅਸੀਂ ਇਹਨਾਂ ਨਾਲ ਨਹੀਂ ਜੁੜ ਗਏ ਤਾਂ ਸਾਡਾ ਵੀ ਸੰਸਾਰ ਗਿਆ। ਜਦ ਕਿ ਗੁਰਬਾਣੀ ਇਹ ਗੱਲ ਕਹਿ ਰਹੀ ਕਿ ਸਰਬ ਤਿਆਗ ਭਜ ਕੇਵਲ ਰਾਮ। ਕੇਵਲ ਆਪਣੇ ਮੂਲ ਨਾਲ ਜੁੜ।
ਰਾਮ ਨੂੰ ਆਖ ਰਹੇ ਨੇ ਕਿ ਤੂੰ ਆਪਣੇ ਮੂਲ ਨਾਲ ਜੁੜ, ਆਤਮਾ ਨੂੰ ਆਖਦੇ ਤੂੰ ਆਪਣੇ ਮੂਲ ਨਾਲ ਜੁੜ। ਆਤਮਾ ਆਪਣੇ ਮੂਲ ਰਾਮ ਨਾਲ ਜੁੜੇ, ਰਾਮ ਗਾਹਾਂ ਸ਼ਬਦ ਨਾਲ ਜੁੜੇ, ਰਾਮ ਹੁਕਮ ਨਾਲ ਜੁੜੇ। ਰਾਮ ਨੂੰ ਹੀ ਸੁਣਨੀ ਹੈ ਤੁਰਕੀ ਬਾਣੀ। ਮਨ ਨੂੰ ਸੁਣਦਾ ਉਪਦੇਸ਼, ਮਨ ਦੇ ਸੁਣਨ ਵਾਸਤੇ ਆ ਗੁਰਬਾਣੀ, ਕਿਉਂਕਿ ਮਨ ਕੋਲ ਗਿਆਨ ਇੰਦਰੀਆ, ਸਰੀਰ ਤੇ ਕਬਜ਼ਾ ਹੈ। ਮਨ ਨੇ ਗੁਰਬਾਣੀ ਸੁਣ ਕੇ ਸਰੀਰ ਦਾ ਕਬਜ਼ਾ ਛੱਡਣਾ, ਇਹਨੂੰ ਤਿਆਗਣਾ। ਆ ਜਿਹੜਾ ਬਾਹਰ ਸਰੀਰ ਰੂਪੀ ਕੱਪੜਾ, ਇਹਨੂੰ ਤਿਆਗਣਾ। ਰਾਮ ਨੇ ਬਾਣੀ ਸੁਣਨੀ, ਉਹਨੇ ਭਵ ਸਾਗਰ ਤਿਆਗਣਾ, ਫਿਰ ਬਾਹਰ ਨਿਕਲਣਾ ਉਹਨੇ। ਰੋਵੇ ਰਾਮ, ਜਿਹੜਾ ਰਾਮ ਰੋ ਰਿਹਾ ਉਹਨੇ ਤਾਂ ਚੁੱਪ ਕਰਨਾ, ਨਿਕਾਲਾ ਪਿਆ ਕਿਉਂਕਿ ਬਾਹਰ ਕੱਢਿਆ ਹੋਇਆ। ਜਦੋਂ ਉਹਨੇ ਆਪਣੇ ਨਿੱਜ ਸਥਾਨ ਤੇ ਜਾਣਾ, ਉਹਨੂੰ ਤਾਂ ਸੁੱਖ ਮਿਲਣਾ। ਹੇ ਮੇਰੇ ਮਨਾ, ਵੇਖ ਸਾਹਿਬ ਦਾ ਬਚਨ ਦੇਖ ਤੂੰ, ਕੱਲੇ ਕੱਲੇ ਬਚਨ ਦੀ ਕੀ ਕੁਆਲਿਟੀ ਹੈ, ਕੈਸੇ ਕੈਸੇ ਬਚਨ ਉਹਨਾਂ ਨੇ ਲਿਖੇ। ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋ। ਉਹੀ ਗੱਲ ਪਾਤਸ਼ਾਹ ਇੱਥੇ ਕਹਿੰਦੇ ਕਿ ਸਰਬ ਤਿਆਗ ਭਜ ਕੇਵਲ ਰਾਮ। ਤਿਆਗ ਦੇ ਕਹਿੰਦੇ ਹੁਕਮ ਨਾਲ ਜੁੜ, ਉਹਦੀ ਰਜ਼ਾ ਵਿੱਚ ਰਹਿ, ਉਹਦੇ ਭਾਣੇ ਵਿੱਚ ਰਹਿ, ਤਾਂ ਕਿ ਜੀਵਨ ਸੌਖਾ ਬਤੀਤ ਹੋ ਸਕੇ। ਸੋ ਇੱਥੋਂ ਤੱਕ ਇਸ ਸ਼ਬਦ ਦੀ ਵਿਚਾਰ ਕੀਤੀ ਗਈ ਹੈ, ਜੋ ਗੁਰਕਿਰਪਾ ਦੁਆਰਾ ਕੀਤੀ ਗਈ ਹੈ। ਫਿਰ ਵੀ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਮਾਫ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।